लग्या एल्जेब्रिक क्लोजर। इस बारे अपने कोल पिछले टॉपिक दे विच भी डिस्कशन हुई सी कि एल्जेब्रिक क्लोजर की हुंदा। ਤਾਂ ਉੱਥੇ ਅਸੀਂ ਇਹ ਕਨਸੈਪਟ ਐਵੇਂ ਪੜਿਆ ਸੀਗਾ ਕਿ f ਆਪਣੇ ਕੋਲ ਫੀਲਡ ਹੈ, f ਦਾ ਐਕਸਟੈਂਸ਼ਨ e ਹੈ, e ਦੇ ਵਿੱਚੋਂ ਐਲਜੈਬਰਿਕ ਐਲੀਮੈਂਟਸ ਕੱਢ ਕੇ k ਦੇ ਵਿੱਚ ਪਾ ਲਓ। ਉਹ ਵਾਲੇ ਐਲਜੈਬਰਿਕ ਐਲੀਮੈਂਟਸ ਓਵਰ f ਜਿਹੜੇ ਹੈਗੇ ਨੇ ਉਹ ਸਾਰੇ k ਦੇ ਵਿੱਚ ਤੁਸੀਂ ਰੱਖ ਲਓ e ਦੇ ਵਿੱਚੋਂ ਕੱਢ ਕੇ। ਤਾਂ ਆਹ ਵਾਲਾ ਜਿਹੜਾ k ਸੈੱਟ ਹੈ ਇਹ e ਦਾ ਸਬ ਫੀਲਡ ਹੈ, ਇਹ ਥਿਊਰਮ ਅਸੀਂ ਪ੍ਰੂਫ ਕੀਤੀ ਸੀ। ਔਰ f ਦਾ ਕੀ ਹੈ, ਇਹ ਐਕਸਟੈਂਸ਼ਨ ਆਬਵੀਅਸਲੀ। ਤੇ f ਦਾ ਕਿਹੜੇ ਵਾਲਾ ਐਕਸਟੈਂਸ਼ਨ ਬਣੇਗਾ, ਜਿਹੜਾ ਐਲਜੈਬਰਿਕ ਹੋਏਗਾ। ਇਹ ਅਸੀਂ ਪਿਛਲੇ ਟੌਪਿਕ ਦੇ ਵਿੱਚ ਜਿਹੜਾ ਐਲਜੈਬਰਿਕ ਐਕਸਟੈਂਸ਼ਨ ਵਾਲਾ ਟੌਪਿਕ ਸੀ ਉਹਦੇ ਵਿੱਚ ਪੜਿਆ ਸੀ। ਤੇ e ਦਾ ਇਹ ਸਬ ਫੀਲਡ ਹੈ। ਤੇ ਫਿਰ ਅਸੀਂ ਇਸੇ k ਨੂੰ ਬੋਲਿਆ ਸੀਗਾ this k is called the algebraic closure in e algebraic closure of f। ਉੱਥੇ ਆ ਵਰਡਸ ਯੂਜ਼ ਹੋਏ ਸੀ of f in e, ਇਹ ਸਾਰੇ ਵਰਡਸ ਅਸੀਂ ਯੂਜ਼ ਕੀਤੇ ਸੀ। ਤਾਂ ਉਰੇ ਜਿਹੜਾ ਸੀ ਅਪਰ ਲਿਮਿਟ ਸੀਗਾ e ਸਾਡੇ ਕੋਲ, ਕਿ e ਤੋਂ ਬਾਅਦ ਨਹੀਂ ਅਸੀਂ ਸੋਚਣਾ ਸੀਗਾ, ਜਿੰਨੇ ਐਲੀਮੈਂਟਸ e ਦੇ ਵਿੱਚੋਂ ਮਿਲਣਗੇ ਠੀਕ ਹੈ, e ਤੋਂ ਬਾਹਰ ਜਾ ਕੇ ਨਹੀਂ ਅਸੀਂ ਸੋਚਣਾ ਸੀ। ਜਿਵੇਂ ਮੈਂ ਐਗਜ਼ਾਮਪਲ ਉੱਥੇ ਵੀ ਕੋਟ ਕੀਤੀ ਸੀਗੀ ਕਿ ਕਿਉਂ ਹੈ, ਅਗਰ ਮੈਂ ਤੁਹਾਨੂੰ ਉਰੇ r ਦੇ ਦੇਵਾਂ ਤਾਂ ਤੁਸੀਂ ਉਰੇ ਜਿਹੜਾ k ਕੰਸਟਰਕਟ ਕਰੋਗੇ ਇਸ r ਦੇ ਕੋਰਸਪੋਂਡਿੰਗ ਉਹ ਕੁਝ ਐਵੇਂ ਦਾ ਹੋਊਗਾ। ਇਸ ਚ ਮਤਲਬ ਸਾਰੇ ਉਹ ਵਾਲੇ ਰੀਅਲ ਐਲੀਮੈਂਟਸ ਪਾ ਲਓਗੇ ਜਿਹੜੇ ਕਿਉਂ ਦੇ ਉੱਪਰ ਐਲਜੈਬਰਿਕ ਹੈ। ਇਸ ਟਾਈਪ ਦੇ ਕੁਝ ਆ ਜਾਣਗੇ, ਹੋਰ ਵੀ ਹੋਣਗੇ, ਠੀਕ ਹੈ। आई एम जस्ट सेइंग, आई एम जस्ट टॉकिंग अबाउट सम ऑफ द एलिमेंट्स। बट अगर यही चीज मैं क्यू ਦੇ ਲਈ ਅਪਰ ਲਿਮਿਟ ਤੁਹਾਨੂੰ c ਦੇ ਦੇਵਾਂ ਤਾਂ ਫਿਰ ਨੋ ਡਾਊਟ ਇੱਕ ਐਲੀਮੈਂਟ ਦੀ ਮੈਂ ਉਰੇ ਗਾਰੰਟੀ ਲੈ ਸਕਦਾ ਕਿ ਕਿਉ ਜਿਸ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਾਡਾ ਡਿਫਰੈਂਟ ਹੈ, ਇਹ ਸਾਰੇ ਤਾਂ ਹੋਣਗੇ ਹੀ ਹੋਣਗੇ। ਇੱਕ ਐਲੀਮੈਂਟ ਉਰੇ ਆਇਓਟਾ ਵੀ ਤੁਸੀਂ ਰੱਖ ਸਕਦੇ ਹੋ ਕਿਉਂਕਿ ਆਇਓਟਾ ਇਜ਼ ਆਲਸੋ ਇਹ ਐਲਜੈਬਰਿਕ ਐਲੀਮੈਂਟ ਓਵਰ ਕਿਉ, ਠੀਕ ਹੈ। ਬਟ ਜਦੋਂ ਅਸੀਂ r ਦੀ ਗੱਲ ਕਰਦੇ ਸੀ, ਅਪਰ ਲਿਮਿਟ r ਰੱਖੀ ਸੀ ਤਾਂ ਆਇਓਟਾ ਉਰੇ ਅਲਾਉਡ ਨਹੀਂ ਸੀਗਾ, ਆਇਓਟਾ ਉਰੇ ਨਹੀਂ ਆ ਸਕਦਾ ਸੀ। ਬਟ ਹੁਣ ਜਦੋਂ ਅਸੀਂ ਅਪਰ ਲਿਮਿਟ c ਰੱਖ ਲਈ ਹੈਗੀ ਤਾਂ ਆਇਓਟਾ ਉਰੇ ਆ ਸਕਦਾ। ਤਾਂ ਨੋ ਡਾਊਟ k, ਇਹ ਵਾਲਾ k ਔਰ ਇਹ ਵਾਲਾ k ਦੋਵੇਂ ਡਿਫਰੈਂਟ ਹੈ। ਤਾਂ ਅਕੋਰਡਿੰਗ ਟੂ ਦਾ ਅਬਵ ਫੀਲਡ ਜਿਹੜੀ ਟੌਪ ਤੇ ਐਕਸਟੈਂਸ਼ਨ ਪਈ ਆ ਉਹਦੇ ਅਕੋਰਡਿੰਗ ਐਲਜੈਬਰਿਕ ਕਲੋਜ਼ਰ ਡਿਸਾਈਡ ਹੋ ਰਿਹਾ ਸੀ। ਬਟ ਹੁਣ ਜਿਹੜਾ ਐਲਜੈਬਰਿਕ ਕਲੋਜ਼ਰ ਸਾਡਾ ਬਣਨਾ ਹੈਗਾ ਉਹ ਆਪਣੇ ਕੋਲ ਕਿਸੇ ਵੀ ਉਸਦੇ ਅਕੋਰਡਿੰਗ ਨਹੀਂ ਬਣਨਾ। ਸਿੱਧਾ ਸਿੱਧਾ ਕਨਸੈਪਟ ਹੈ, f ਫੀਲਡ ਹੈ, ਇਹਦਾ ਐਲਜੈਬਰਿਕ ਕਲੋਜ਼ਰ ਅਸੀਂ ਫਾਈਂਡ ਕਰਨਾ, ਸਿੱਧਾ k ਫਾਈਂਡ ਕਰਨਾ। ਹੁਣ ਅਪਰ ਲਿਮਿਟ ਕੋਈ ਨਹੀਂ ਹੈ ਤੁਹਾਡੇ ਕੋਲ, there is no upper field from which you have to select the elements of k, you have to search the elements of k from the whole space। ਸਾਰੀ ਸਪੇਸ ਦੇ ਵਿੱਚ ਤੁਸੀਂ k ਦੇ ਐਲੀਮੈਂਟਸ ਜਿਹੜੇ ਹੈਗੇ ਉਹ ਫਾਈਂਡ ਕਰਕੇ ਲਿਖੇ ਆ। ਉਰੇ ਉਹ ਇਸ k ਨੂੰ ਜਿਹੜੀ ਨੋਟੇਸ਼ਨ ਆ ਉਹ e ਦੇ ਰਿਹਾ, ਤਾਂ ਉਰੇ ਮੈਂ e ਕਰ ਦੇਣਾ ਕਿ e ਦੇ ਵਿੱਚ ਤੁਸੀਂ ਉਹ ਸਾਰੇ ਐਲੀਮੈਂਟਸ ਫਾਈਂਡ ਕਰਕੇ ਲੈ ਕੇ ਆਣੇ ਆ ਪੂਰੀ ਸਪੇਸ ਤੋਂ। ਹੁਣ ਕੋਈ ਅਪਰ ਲਿਮਿਟ ਨਹੀਂ, ਤੁਸੀਂ ਪੂਰੀ ਸਪੇਸ ਵਿੱਚੋਂ ਫਾਈਂਡ ਕਰਕੇ ਲੈ ਕੇ ਆਣੇ ਜਿਹੜੇ f ਦੇ ਉੱਪਰ ਐਲਜੈਬਰਿਕ। ਐਂਡ ਇਸ ਨੂੰ ਸਿੰਪਲੀ ਅਸੀਂ ਬੋਲਾਂਗੇ ਐਲਜੈਬਰਿਕ ਕਲੋਜ਼ਰ। ਉਹਦੇ ਵਿੱਚ ਅਸੀਂ ਨਾਲ ਹੀ ਲਿਖਦੇ ਸੀ ਐਲਜੈਬਰਿਕ ਕਲੋਜ਼ਰ ਆਫ f ਔਰ ਲਾਸਟ ਵਿੱਚ ਸੀਗਾ ਇਨ e। ਉੱਥੇ ਇਨ e ਸੀਗਾ ਦਾ ਮਤਲਬ ਉੱਥੇ ਅਪਰ ਲਿਮਿਟ ਸੀਗੀ, ਅਪਰ ਜਿਹੜੀ ਫੀਲਡ ਸੀਗੀ ਉਹ ਡਿਸਾਈਡ ਕਰਦੀ ਸੀ ਕਿ ਕਲੋਜ਼ਰ ਕੀ ਹੋਊਗਾ। ਬਟ ਉਰੇ ਇਨ ਵਾਲਾ ਕਨਸੈਪਟ ਜਿਹੜਾ ਹੈ ਉਹ ਅਸੀਂ ਉਡਾ ਦਿੱਤਾ, ਤਾਂ ਇਸ ਕਰਕੇ ਸਿੰਪਲੀ ਇਹ ਐਲਜੈਬਰਿਕ ਕਲੋਜ਼ਰ ਹੈ। ਤਾਂ ਸਿੱਧੀ ਜੀ ਗੱਲ ਹੈ, f is a subfield of a field e, then e is called a algebraic closure of f if number 1 e is an algebraic extension and number 2 e is algebraically closed। ਤਾਂ ਪਹਿਲੀ ਗੱਲ e f ਦਾ algebraic extension ਹੋਵੇ ਔਰ ਦੂਸਰਾ e algebraically closed ਹੋਵੇ। algebraically closed ਮਤਲਬ ਹੁਣ ਉਹਦੀ ਕੋਈ ਫਰਦਰ ਐਕਸਟੈਂਸ਼ਨ ਨਹੀਂ ਬਣ ਸਕਦੀ। ਇਹਦਾ ਮਤਲਬ ਜਿੰਨੇ ਵੀ ਸਾਰੇ algebraic ਐਲੀਮੈਂਟ ਸੀ f ਦੇ ਉਹ ਸਾਰੇ ਦੇ ਸਾਰੇ e ਦੇ ਵਿੱਚ ਆ ਚੁੱਕੇ ਨੇ। ਤਾਂ ਉਹੀ ਗੱਲ ਹੋ ਗਈ, ਬਟ ਇਸ ਦੇ ਵਿੱਚ ਅਪਰ ਲਿਮਿਟ ਕੋਈ ਨਹੀਂ, ਤਾਂ e algebraically closed ਇਹਦਾ ਮਤਲਬ ਇਹਦੇ ਉੱਪਰੋਂ ਇਸ ਦੇ ਉੱਪਰ ਹੋਰ ਕੋਈ ਫੀਲਡ ਹੈ ਨਹੀਂ, ਤਾਂ ਇੱਥੇ ਪ੍ਰੋਸੈਸ ਜਿਹੜਾ ਹੈ ਕਲੋਜ਼ ਹੋ ਗਿਆ। ਇਟ ਮੀਨਸ e ਦੇ ਵਿੱਚ ਸਾਰੇ ਉਹ ਐਲੀਮੈਂਟਸ ਆ ਗਏ ਜਿਹੜੇ f ਦੇ ਉੱਪਰ ਐਲਜੈਬਰਿਕ ਹੈ। ਤਾਂ ਇਹ ਡਿਫਰੈਂਸ ਹੈਗਾ ਲਾਸਟ ਟੌਪਿਕ ਦੀ ਡੈਫੀਨੇਸ਼ਨ ਤੇ ਇਸ ਟੌਪਿਕ ਦੀ ਡੈਫੀਨੇਸ਼ਨ ਚ। ਉੱਥੇ ਅਪਰ ਲਿਮਿਟ ਦਾ ਕਨਸੈਪਟ ਸੀਗਾ, ਉਰੇ ਅਪਰ ਲਿਮਿਟ ਹੈ ਨਹੀਂ। ਯੂ ਆਰ ਇੰਡੀਪੈਂਡੈਂਟ ਨਾਓ, f ਫੀਲਡ ਦੇ ਲਈ ਤੁਸੀਂ ਸਾਰੇ ਐਲਜੈਬਰਿਕ ਐਲੀਮੈਂਟਸ ਫਾਈਂਡ ਕਰਨੇ ਔਰ e ਦੇ ਵਿੱਚ ਰੱਖ ਲੈ। ਲੈਮਾ ਹੈ, lemma ਦੀ ਸਟੇਟਮੈਂਟ ਹੈ, this is a very very important lemma which will be used further in all the theorems, in mostly of the theorems in the next chapters and in the whole syllabus also, so understand it carefully। its statement is important as well as its proof is also important। let f is a field and let sigma from f to l is an embedding of f into an algebraically closed field l। this is a embedding means it is a 1-1 map and a homomorphism from field f to the field l and the field l is algebraically closed। ਜਿਹੜਾ field l ਹੈ ਉਹ algebraically closed ਹੋਏਗਾ, ਦਾ ਮਤਲਬ l field ਦੀ ਕੋਈ ਐਕਸਟੈਂਸ਼ਨ ਨਹੀਂ ਬਣ ਸਕਦੀ। ਹੁਣ ਅਸੀਂ ਕੀ ਕਰਨਾ ਹੈ, f ਜਿਹੜਾ ਹੈਗਾ ਉਹ ਆਪਣੇ ਕੋਲ ਗਿਵਨ ਫੀਲਡ ਸੀ, f ਦੇ ਵਿੱਚ ਇੱਕ ਐਲੀਮੈਂਟ ਅਸੀਂ ਅਲਫਾ ਐਡਜੰਕਟ ਕੀਤਾ, e is equal to f alpha ਬਣਾ ਲਿਆ, be an algebraic extension of f। f ਨੂੰ ਐਕਸਟੈਂਡ ਕੀਤਾ ਅਸੀਂ, f ਦੇ ਵਿੱਚ ਇੱਕ ਐਲੀਮੈਂਟ ਐਡਜੰਕਟ ਕੀਤਾ f alpha, ਠੀਕ ਹੈ।
बी एन एल्जेब्रिक एक्सटेंशन ऑफ एफ, इसनों ਅਸੀਂ e ਨਾਲ ਵੀ ਡਿਨੋਟ ਕੀਤਾ ਹੋਇਆ। then sigma can be extended to an embedding eta। ਪਹਿਲਾ ਜਿਹੜਾ ਸਿਗਮਾ ਸੀਗਾ ਉਹ f ਤੋਂ l ਦੇ ਵਿੱਚ ਸੀਗਾ, ਇਹ ਡਾਇਗਰਾਮ ਸੀਗੀ ਪਹਿਲਾਂ ਸਾਡੇ। ਹੁਣ ਇਹਦਾ ਮਤਲਬ ਪਹਿਲਾ ਡੋਮੇਨ f ਸੀ, ਕਹਿੰਦਾ ਪ੍ਰੂਵ ਇਹ ਕਰੋ ਕਿ ਇਸ ਸਿਗਮਾ ਨੂੰ ਐਕਸਟੈਂਡ ਕਰਕੇ ਇੱਕ ਨਵਾਂ ਮੈਪ ਈਟਾ ਬਣਾਇਆ ਜਾ ਸਕਦਾ ਹੈ, ਜਿਸ ਦੀ ਡੋਮੇਨ ਕੀ ਹੋਏਗੀ f ਅਲਫਾ, ਐਂਡ ਜਿਹੜੀ ਕੋ ਡੋਮੇਨ ਹੈ that is same l। ਤਾਂ ਮੈਪ ਨੂੰ ਐਕਸਟੈਂਡ ਕਰਨ ਦਾ ਮਤਲਬ ਇਹੀ ਹੁੰਦਾ ਕਿ ਉਸ ਦੀ ਡੋਮੇਨ ਨੂੰ ਐਕਸਟੈਂਡ ਕੀਤਾ ਜਾਵੇ। ਤਾਂ ਮੈਪ ਪਹਿਲਾਂ f ਦੇ ਉੱਪਰ ਸੀਗਾ, ਡੋਮੇਨ f ਸੀਗੀ, ਹੁਣ ਮੈਪ ਕਿਹਦੇ ਉੱਪਰ ਡਿਫਾਈਨ ਹੋ ਰਿਹਾ f ਅਲਫਾ ਦੇ ਉੱਪਰ। ਤਾਂ ਇਹ ਚੀਜ਼ ਅਸੀਂ ਪ੍ਰੂਫ ਕਰਕੇ ਦੇਣੀ ਹੈ ਕਿ ਯੈਸ ਵੀ ਕੈਨ ਡਿਫਾਈਨ ਲਾਈਕ ਦਿਸ, ਅਸੀਂ ਇਸ ਤਰ੍ਹਾਂ ਦਾ ਈਟਾ ਡਿਫਾਈਨ ਕਰ ਸਕਦੇ ਹਾਂ। ਤੇ ਇਹ ਵਾਲਾ ਜਿਹੜਾ ਈਟਾ ਅਸੀਂ ਡਿਫਾਈਨ ਕੀਤਾ ਇਹ ਸਿਗਮਾ ਦੀ ਐਕਸਟੈਂਸ਼ਨ ਹੋਏਗਾ। ਔਰ ਐਕਸਟੈਂਸ਼ਨ ਮੈਪ ਦਾ ਮਤਲਬ ਇਹ ਹੁੰਦਾ ਕਿ ਜੇਕਰ ਸਿਗਮਾ f ਦੇ ਐਲੀਮੈਂਟਸ ਦੀ ਇਮੇਜ ਸਪੋਜ਼ b ਦੇ ਰਿਹਾ ਸੀਗਾ, ਕਿਸੇ f ਦੇ ਐਲੀਮੈਂਟ, ਇਹ f ਦਾ ਐਲੀਮੈਂਟ ਹੈ, ਠੀਕ ਹੈ, ਇਸ ਦੀ ਇਮੇਜ ਅਗਰ b ਦੇ ਰਿਹਾ ਸੀ ਤਾਂ ਈਟਾ ਵੀ f ਦੇ ਐਲੀਮੈਂਟ ਦੀ ਇਮੇਜ ਤਾਂ ਉਹੀ ਰੱਖੇਗਾ, ਠੀਕ ਹੈ, f ਦੇ ਐਲੀਮੈਂਟ ਦੀ ਇਮੇਜ ਤਾਂ ਉਹੀ ਰੱਖੇਗਾ, ਇਹ ਚੇਂਜ ਨਹੀਂ ਕਰੇਗਾ। ਤਾਂ ਅਸੀਂ ਮੰਨਾਂਗੇ ਕਿ ਈਟਾ ਜਿਹੜਾ ਹੈ ਉਹ ਸਿਗਮਾ ਦੀ ਐਕਸਟੈਂਸ਼ਨ ਹੈ। ਈਟਾ ਆਪਣੀ ਮਰਜ਼ੀ ਨਾਲ ਚੇਂਜ ਕਿਹਨੂੰ ਕਰੇਗਾ, ਜਿਹੜੇ ਕੋਈ ਨਵੇਂ ਐਲੀਮੈਂਟਸ ਆਏ ਹੋਣਗੇ, ਜਿਹੜਾ ਐਲੀਮੈਂਟ ਅਸੀਂ ਅਲਫਾ ਐਡਜੰਕਟ ਕੀਤਾ ਇਹਦੇ ਨਾਲ ਜਿਹੜੇ ਨਵੇਂ ਐਲੀਮੈਂਟਸ ਆਏ ਉਹਨਾਂ ਨੂੰ ਈਟਾ ਜਿਹੜਾ ਹੈ ਆਪਣੇ ਆਪ ਚੇਂਜ ਕਰੇਗਾ। ਬਟ ਅਦਰਵਾਈਜ਼ ਜੇ ਕਿਤੇ f ਦਾ ਐਲੀਮੈਂਟ ਹੈ ਈਟਾ ਉਹਨੂੰ ਚੇਂਜ ਨਹੀਂ ਕਰੇਗਾ। This is called the extension of the map. The sigma can be extended to an embedding eta, and the number of such extensions further ਇਹ ਨਾ etas ਦੀ ਅਸੀਂ ਕਾਊਂਟਿੰਗ ਕਰਕੇ ਦੇਣੀ ਹੈ ਕਿ ਕਿੰਨੇ ਤਰੀਕੇ ਨਾਲ ਅਸੀਂ ਇਹ eta ਡਿਫਾਈਨ ਕਰ ਸਕਦੇ ਹਾਂ। number of such extensions is equal to the number of distinct roots of the minimal polynomial of alpha। this is the second point of this question कि ਇਹ extensions ਦੀ ਗਿਣਤੀ ਕਿੰਨੀ ਹੋਏਗੀ, ਉਨੀ ਹੀ ਗਿਣਤੀ ਹੋਏਗੀ ਜਿੰਨੀ ਇਸ ਅਲਫਾ ਪੋਲੀਨੋਮੀਅਲ ਦੀ ਜਿਹੜੀ ਪੋਲੀਨੋਮੀਅਲ ਬਣੇਗੀ ਮਿਨੀਮਲ, ਉਸਦੇ ਡਿਸਟਿੰਕਟ ਰੂਟਸ ਹੋਣਗੇ, ਜਿੰਨੇ ਉਹਦੇ ਡਿਸਟਿੰਕਟ ਰੂਟਸ ਹੋਣਗੇ ਉਨੀ ਹੀ ਬਣੇਗੀ। ਅਲਫਾ ਜਿਹੜਾ ਹੈ ਉਹ ਐਲੀਮੈਂਟ ਜਿਹੜਾ ਅਸੀਂ ਐਡਜੰਕਟ ਕੀਤਾ ਸੀ ਉਹਦੀ ਮਿਨੀਮਲ ਪੋਲੀਨੋਮੀਅਲ px, ਜਿੰਨੇ ਇਸ px ਦੇ ਡਿਸਟਿੰਕਟ ਰੂਟਸ, ਠੀਕ ਹੈ, ਜਿੰਨੇ ਵੱਖੋ ਵੱਖ ਰੂਟਸ ਹੋਣਗੇ, ਹੋ ਸਕਦਾ ਕੁਝ ਰੂਟਸ ਇਹਦੇ ਰਿਪੀਟਡ ਹੋਣ, ਤਾਂ ਤੁਸੀਂ ਕੀ ਕਰਨਾ ਹੈ ਸਿਰਫ ਇਹਦੇ ਡਿਸਟਿੰਕਟ ਰੂਟਸ ਕਾਊਂਟ ਕਰ ਲੈਣੇ ਕਿੰਨੇ ਨੇ। ਤਾਂ ਜਿੰਨੇ ਇਹਦੇ ਡਿਸਟਿੰਕਟ ਰੂਟਸ ਉਨੇ ਤਰੀਕੇ ਨਾਲ ਇਹ ਈਟਾ ਅਸੀਂ ਡਿਫਾਈਨ ਕਰ ਸਕਦੇ ਹਾਂ। ਦਿਸ ਇਜ਼ ਦਾ ਸੈਕੰਡ ਪੁਆਇੰਟ ਵਿਚ ਵੀ ਹੈਵ ਟੂ ਪ੍ਰੂਵ ਹੇਅਰ। ਪ੍ਰੂਫ ਦੇ ਵਿੱਚ ਅਸੀਂ ਕੀ ਕੀਤਾ, ਜਿਹੜਾ px ਪੋਲੀਨੋਮੀਅਲ ਹੈ ਜਿਹੜਾ ਸਾਨੂੰ ਗਿਵਨ ਹੈ ਮਿਨੀਮਲ ਪੋਲੀਨੋਮੀਅਲ ਆਫ ਅਲਫਾ, ਉਹਦਾ ਰਿਪਰੈਜ਼ੈਂਟੇਸ਼ਨ ਅਸੀਂ ਸਪੋਜ਼ ਕਰ ਲਿਆ। this is the representation। one thing you can note here is this is a monic polynomial because minimal polynomial is always a monic polynomial। ਤਾਂ ਬਾਕੀ ਸਾਰਿਆਂ ਦੇ ਕੋਐਫੀਸ਼ੀਐਂਟਸ a0 a1, ਤਾਂ ਇਸ ਤੋਂ ਇੱਕ ਪਹਿਲਾਂ ਤੱਕ an-1, ਬਟ ਲਾਸਟ ਵਾਲਾ ਕੋਐਫੀਸ਼ੀਐਂਟ ਅਸੀਂ 1 ਰੱਖਿਆ ਹੈ। px ਪੋਲੀਨੋਮੀਅਲ ਦਾ ਰਿਪਰੈਜ਼ੈਂਟੇਸ਼ਨ ਅਸੀਂ ਸਪੋਜ਼ ਕਰ ਲਿਆ ਡਿਗਰੀ n ਦੇ ਵਿੱਚ, is a minimal polynomial of alpha over f। ਹੁਣ px ਨੂੰ ਇੱਕ ਨਵੀਂ ਪੋਲੀਨੋਮੀਅਲ ਅਸੀਂ ਬਣਾ ਰਹੇ ਹਾਂ p ਸਿਗਮਾ x। p ਸਿਗਮਾ ਦੀ ਕੀ ਡੈਫੀਨੇਸ਼ਨ ਹੁੰਦੀ ਹੈ ਕਿ ਜਿਹੜੇ ਕੋਐਫੀਸ਼ੀਐਂਟਸ ਹੈ ਉਹਨਾਂ ਉੱਪਰ ਤੁਸੀਂ ਸਿਗਮਾ ਅਪਲਾਈ ਕਰ ਦਿਓ। ਤਾਂ ਉਰੇ 1 ਸੀਗਾ, 1 ਦੇ ਉੱਪਰ ਜੇਕਰ ਸਿਗਮਾ ਲਗਾਓਗੇ ਤਾਂ ਸਿਗਮਾ ਆਫ 1 ਇਜ਼ ਆਲਵੇਜ਼ ਇਕੁਅਲ ਟੂ 1। ਕੋਈ ਵੀ ਹੋਮੋਮੋਰਫਿਜ਼ਮ ਹੈ ਉਹ 1 ਦੀ ਇਮੇਜ 1 ਹੀ ਦਿੰਦੀ ਹੈ, ਤਾਂ ਕਰਕੇ ਉਰੇ ਸ਼ੋ ਨਹੀਂ ਹੋ ਰਿਹਾ, ਬਾਕੀ ਸਾਰੇ ਕਿਤੇ ਲੱਗਿਆ ਹੋਇਆ ਸਿਗਮਾ a0, ਸਿਗਮਾ a1, ਸਿਗਮਾ a2, ਸਿਗਮਾ an-1, ਇਸ ਤੋਂ ਇੱਕ ਪਹਿਲੇ ਤੱਕ ਸਿਗਮਾ ਲੱਗਿਆ ਹੋਇਆ। ਤੇ ਇੱਕ ਗੱਲ ਹੁਣ ਦੇਖੋ px ਜਿਹੜੀ ਪੋਲੀਨੋਮੀਅਲ ਹੈ ਓਵਰ f ਸੀਗੀ, ਹੁਣ ਜਦੋਂ ਕੋਐਫੀਸ਼ੀਐਂਟਸ ਦੇ ਉੱਪਰ ਸਿਗਮਾ ਲੱਗ ਗਿਆ, ਕੋਐਫੀਸ਼ੀਐਂਟ ਓਵਰ f ਸੀਗੇ, ਤਾਂ ਮਤਲਬ ਇਹ ਸਾਰੇ f ਦੇ ਮੈਂਬਰ ਸੀਗੇ a0 a1 a2 an-1 ਜਿੰਨੇ ਵੀ। ਹੁਣ ਜਦੋਂ ਇਹਨਾਂ ਉੱਪਰ ਲੱਗ ਗਿਆ ਸਿਗਮਾ, ਤਾਂ ਆਹ ਮੈਪ ਦੇਖੋ ਸਾਡਾ ਕੀ ਹੈ, ਜਿਹੜਾ f ਦੇ ਐਲੀਮੈਂਟਸ ਨੂੰ ਕਿਹਦੇ ਉੱਪਰ ਲੈ ਕੇ ਜਾਂਦਾ l ਦੇ ਉੱਪਰ, ਆਹ ਵਾਲਾ ਮੈਪ। ਤਾਂ ਇਹਦਾ ਮਤਲਬ ਜਦੋਂ f ਦੇ ਐਲੀਮੈਂਟਸ ਉੱਪਰ ਸਿਗਮਾ ਅਪਲਾਈ ਹੋ ਗਿਆ ਤਾਂ ਇਹ ਸਾਰੇ ਦੇ ਸਾਰੇ ਕਿਹਦੇ ਵਿੱਚ ਸ਼ਿਫਟ ਹੋ ਗਏ, l ਦੇ ਵਿੱਚ। ਤਾਂ ਹੁਣ ਇਸੇ ਕਰਕੇ ਇਸ ਪੋਲੀਨੋਮੀਅਲ ਨੂੰ ਕਹਿਣਾ ਸ਼ੁਰੂ ਕਰਤਾ ਇਹ ਬਿਲੋਂਗ ਕਰਦੀ ਹੈ lx। ਸੋ ਨੈਕਸਟ ਸਟੈਪ ਅਸੀਂ ਕੀ ਕਰਦੇ ਆ ਫਿਰ, L ਕੀ ਹੈ, algebraically closed field। So in the previous lecture ਅਸੀਂ ਡਿਸਕਸ ਕੀਤਾ ਸੀਗਾ ਕਿ algebraically closed field ਅਗਰ ਹੈਗੀ ਹੈ ਤਾਂ ਇਸ ਦੀ ਕੋਈ ਵੀ ਪੋਲੀਨੋਮੀਅਲ ਹੋਵੇ algebraically closed field ਦੀ, ਉਹਦਾ ਇੱਕ ਰੂਟ ਜਿਹੜਾ ਹੈ ਉਹ ਹਮੇਸ਼ਾ algebraically closed field ਕੋਲ ਹੁੰਦਾ ਹੀ ਹੁੰਦਾ। ਤਾਂ ਹੀ ਕਰਕੇ ਅਸੀਂ ਇਹ ਪਹਿਲਾ ਸਟੈਪ ਕੀ ਲਿਖਿਆ, let beta is a root of p sigma x in L। ਤਾਂ beta ਇਸ p sigma x ਦਾ ਰੂਟ ਹੈਗਾ ਜਿਹੜਾ L ਦੇ ਕੋਲ ਹੀ ਹੈ, because L algebraically closed ਹੈ, ਤਾਂ ਕਰਕੇ ਅਸੀਂ ਇੱਕ ਰੂਟ ਬੀਟਾ ਇਹਦਾ ਸਪੋਜ਼ ਕਰ ਸਕਦੇ ਹਾਂ ਜਿਹੜਾ L ਦੇ ਵਿੱਚ ਹੀ ਹੈ। ਤੇ ਅਗਲੀ ਚੀਜ਼
recall that if alpha is algebraic over a field f, then a typical element of the field f alpha can be written uniquely as. Now this is the concept that कि ਅਸੀਂ ਜਿਵੇਂ ਕਹਿੰਦੇ ਹੁੰਦੇ ਆ ਕਿ f alpha ਜਿਹੜਾ ਹੈ ਉਹਦੀ ਆਪਣੇ ਕੋਲ ਬੇਸਿਸ ਕੀ ਬਣੂਗੀ over f, ਇਹ ਐਕਸਟੈਂਸ਼ਨ ਬਣਾਈ ਹੈ ਨਾ ਸੀ f ਦੀ, ਤਾਂ ਕੀ ਬੇਸਿਸ ਬਣੇਗੀ ਜਿੰਨੀ ਮਿਨੀਮਲ ਪੋਲੀਨੋਮੀਅਲ ਦੀ ਡਿਗਰੀ ਹੈ, ਮਿਨੀਮਲ ਪੋਲੀਨੋਮੀਅਲ ਦੀ ਡਿਗਰੀ ਕਿੰਨੀ ਹੈ n, ਤਾਂ ਅਸੀਂ ਇਹਦੀ ਬੇਸਿਸ ਕੀ ਸਪੋਜ਼ ਕਰਦੇ 1 alpha alpha square so on alpha n minus 1. This is the criteria to make the extension to make the definition of f alpha. This is the basis, so we can write the linear combination of this basis, you will get the element of f alpha. ਤਾਂ ਉਰੇ ਇਹੀ ਕੀਤਾ ਹੋਇਆ ਦੇਖ ਲਓ, ਇਸੇ ਬੇਸਿਸ ਦਾ ਲੀਨੀਅਰ ਕੰਬੀਨੇਸ਼ਨ ਲਿਖਿਆ b0 plus b1 alpha so on bk alpha k. ਉਰੇ ਲਾਸਟ ਉਹਨੇ k ਮੈਂਸ਼ਨ ਕੀਤਾ ਤੇ ਉਰੇ ਆਪਣੇ ਕੋਲ ਲਾਸਟ ਕੀ ਹੈ n minus 1. But you can say here that k is strictly less than degree of minimal polynomial, और minimal polynomial ਦੀ degree ਕਿੰਨੀ ਸੀਗੀ n ਸੀ. So you can say k is strictly less than n. That means k ਸਾਡਾ maximum ਕਿੱਥੇ ਤੱਕ ਜਾਏਗਾ n minus 1 ਤੱਕ. ਤਾਂ ਗੱਲ ਇੱਕੋ ਹੀ ਹੈ, ਚਾਹੇ ਇਹਨੂੰ up to k ਤੱਕ ਲਿਖ ਲਓ, ਚਾਹੇ ਇਹਨੂੰ ਐਵੇਂ ਲਿਖ ਲਓ up to n minus 1, the thing is same. ਤਾਂ ਇਹ ਐਲੀਮੈਂਟਸ f alpha ਦੇ ਵਿੱਚ ਜਿਹੜੇ ਐਲੀਮੈਂਟਸ ਆ ਉਹ ਇਸ ਫਾਰਮ ਦੇ ਹੋਣਗੇ b0 plus b1 alpha bk alpha ਇਸ ਟਾਈਪ ਦੇ, ਤੇ k ਜਿਹੜਾ ਹੈ ਇਹਦੀ ਮੈਕਸਿਮਮ ਵੈਲਿਊ ਕਿੰਨੀ ਹੋ ਸਕਦੀ n minus 1, ਜਾਂ or you can say that k is strictly less than n and n is the degree of the minimal polynomial. और ਜਿਹੜੇ constants ਹੈ ਕਿਉਂਕਿ over f ਹੈਗਾ ਉਹ f alpha over f ਹੈ, ਤਾਂ ਜਿਹੜੇ ਆ ਸਕੇਲਰਸ ਹੈ b0 b1 b2 bk ਇਹ ਸਾਰੇ ਦੇ ਸਾਰੇ ਕਿਹਨੂੰ ਬਿਲੋਂਗ ਕਰਨਗੇ f ਨੂੰ, ਤਾਂ ਇਸ ਕਰਕੇ ਆ ਰਿਪਰੈਜ਼ੈਂਟੇਸ਼ਨ ਨੂੰ ਇਹ ਲਿਖਿਆ ਹੋਇਆ ਹੈਗਾ, ਠੀਕ ਹੈ। ਉਰੇ ਚਾਹੇ ਤੁਸੀਂ b0 i varying from 0 to k ਕਰ ਸਕਦੇ ਹੋ, 0 1 2 3 and up to so on. Now the next step is ਜੋ ਅਸੀਂ ਪ੍ਰੂਫ ਕਰਨਾ ਹੈ, ਅਸੀਂ ਈਟਾ ਜਿਹੜਾ ਮੈਪ ਸੀਗਾ ਉਹ ਐਗਜ਼ਿਸਟ ਕਰਵਾ ਕੇ ਦਿਖਾਣਾ ਹੈ ਕਿ ਜਿਹੜਾ ਸਿਗਮਾ ਦੀ ਐਕਸਟੈਂਸ਼ਨ ਹੈ, ਤਾਂ ਅਸੀਂ ਈਟਾ ਨੂੰ ਜਿਹੜਾ ਹੈ ਉਹ ਡਿਫਾਈਨ ਕਰਨ ਲੱਗੇ ਹਾਂ, ਈਟਾ ਮੈਪ ਫਰੋਮ f alpha to l, ਇਹੀ ਬਣਾ ਕੇ ਦਿਖਾਣਾ ਸੀ ਅਸੀਂ ਕਿ ਜਿਹੜਾ e to l ਹੋਵੇ, e ਆਪਣਾ f alpha ਸੀਗਾ, ਤਾਂ f alpha to l, ਤੇ f alpha ਦਾ ਕੋਈ ਵੀ ਜਿਹੜਾ ਆਰਬਿਟਰੀ ਐਲੀਮੈਂਟ ਹੈ ਅਸੀਂ ਹੁਣੀ ਕਿਹਾ ਇਸ ਟਾਈਪ ਦਾ ਹੋਏਗਾ b0 plus b1 alpha bk alpha k, ਤਾਂ ਇਹਨੂੰ ਇਨਪੁਟ ਕੀਤਾ ਤੇ ਈਟਾ ਮੈਪ ਅਸੀਂ ਕਿਵੇਂ ਡਿਫਾਈਨ ਕਰਨ ਲੱਗਿਆ ਇਸ ਨੂੰ ਬੜੇ ਧਿਆਨ ਨਾਲ ਸਮਝਣਾ ਹੈਗਾ। ਈਟਾ ਦੀ ਡੈਫੀਨੇਸ਼ਨ ਅਸੀਂ ਇਹ ਦਿੱਤੀ ਹੈ ਕਿ ਜਿਹੜੇ ਤਾਂ ਸਕੇਲਰਸ ਹੈ b0 b1 bk ਇਹਨਾਂ ਸਾਰਿਆਂ ਉੱਪਰ ਤਾਂ ਲਗਾ ਦਿਓ ਜੀ ਸਿਗਮਾ। ਇਹ ਕਿਉਂ ਕੀਤਾ, ਇਹਦਾ ਵੀ ਕਾਰਨ ਹੈਗਾ ਬਿਕੋਜ਼ b0 b1 bk ਇਹ ਸਾਰੇ ਐਲੀਮੈਂਟਸ ਅਸੀਂ ਪਹਿਲਾਂ ਕਹਿ ਕੇ ਆਇਆ ਕਿਹਨੂੰ ਬਿਲੋਂਗ ਕਰਦੇ ਆ f ਨੂੰ, ਔਰ ਜੇਕਰ ਅਸੀਂ ਈਟਾ ਨੂੰ ਚਾਹੁੰਦੇ ਆ ਕਿ ਇਹ ਸਿਗਮਾ ਦੀ ਐਕਸਟੈਂਸ਼ਨ ਬਣੇ ਤਾਂ ਇਹਨਾਂ ਐਲੀਮੈਂਟਸ ਨੂੰ ਈਟਾ ਆਪਣੇ ਅਕੋਰਡਿੰਗ ਚੇਂਜ ਨਹੀਂ ਕਰੂਗਾ, ਇਹਨਾਂ ਐਲੀਮੈਂਟਸ ਦੀ ਚੇਂਜਿੰਗ ਜਿਹੜੀ ਹੈ, ਜਿਹੜੀ ਇਹਨਾਂ ਐਲੀਮੈਂਟਸ ਦੀ ਇਮੇਜ ਹੈ ਉਹ ਜੋ ਸਿਗਮਾ ਪ੍ਰੋਵਾਈਡ ਕਰ ਰਿਹਾ ਸੀ ਉਹੀ ਰੱਖੂਗਾ। ਤਾਂ ਇਸ ਕਰਕੇ ਅਸੀਂ ਈਟਾ ਜਾਣ ਕੇ ਐਵੇਂ ਡਿਫਾਈਨ ਕੀਤਾ ਹੈ ਕਿ ਜਿਹੜੇ f ਦੇ ਐਲੀਮੈਂਟਸ ਹੈ ਉਹਨਾਂ ਉੱਪਰ ਈਟਾ ਲਿਖਣ ਦੀ ਬਜਾਏ ਅਸੀਂ ਸਿਗਮਾ ਹੀ ਲਿਖ ਰਹੇ ਹਾਂ, ਕਿਉਂਕਿ ਇਹ f ਦੇ ਐਲੀਮੈਂਟਸ ਨੂੰ ਸਿਗਮਾ ਨੇ ਹੀ ਡਿਸਾਈਡ ਕਰਨਾ ਹੈ ਐਂਡ ਵੀ ਵਾਂਟ ਟੂ ਸ਼ੋ ਦੈਟ ਈਟਾ ਇਜ਼ ਅ ਐਕਸਟੈਂਸ਼ਨ ਆਫ ਸਿਗਮਾ। ਸਿਗਮਾ ਦੀ ਡੋਮੇਨ f ਸੀ ਤੇ ਉਹ f ਦੇ ਐਲੀਮੈਂਟਸ ਨੂੰ ਸਿਗਮਾ ਹੀ ਚੇਂਜ ਕਰੇ, ਤਾਂ ਕਰਕੇ ਅਸੀਂ ਇਹਨੂੰ ਐਵੇਂ ਡਿਫਾਈਨ ਕੀਤਾ। ਬਟ ਜਿਹੜਾ ਅਲਫਾ ਸੀਗਾ, ਅਲਫਾ ਨੂੰ ਅਸੀਂ ਚੇਂਜ ਕਰ ਦਿੱਤਾ ਬੀਟਾ ਦੇ ਵਿੱਚ, ਔਰ ਬੀਟਾ ਕੀ ਸੀਗਾ ਅਸੀਂ ਸਟਾਰਟਿੰਗ ਦੇ ਪਹਿਲੇ ਸਟੈਪ 'ਚ ਹੀ ਲਿਖਿਆ ਇਸ ਥਿਓਰਮ ਦੇ ਸਟਾਰਟਿੰਗ ਦੇ ਵਿੱਚ ਹੀ, ਬੀਟਾ ਇਜ਼ ਅ ਰੂਟ ਆਫ p ਸਿਗਮਾ x ਇਨ l। ਤਾਂ ਇਹਦਾ ਮਤਲਬ ਅਲਫਾ ਜਿਹੜਾ ਸੀ ਉਹ px ਦਾ ਰੂਟ ਸੀ ਔਰ ਬੀਟਾ ਜਿਹੜਾ ਹੈ ਉਹ p ਸਿਗਮਾ x ਦਾ ਰੂਟ ਹੈ, ਤਾਂ ਦੈਟ ਮੀਨਸ px ਦੇ ਰੂਟ ਨੂੰ ਤੁਸੀਂ ਮੈਪ ਕਰਵਾਇਆ p ਸਿਗਮਾ x ਦੇ ਰੂਟ ਵਿੱਚ। ਸੋ ਇਹ ਡੈਫੀਨੇਸ਼ਨ ਆਪਣੇ ਕੋਲ ਹੈਗੀ ਆ ਈਟਾ ਦੀ ਫਰੋਮ f alpha to l। ਹੁਣ ਨੈਕਸਟ ਜਿਹੜਾ ਸਟੈਪ ਹੈਗਾ, ਈਟਾ ਇਜ਼ ਅ ਵੈਲ ਡਿਫਾਈਨਡ ਮੈਪਿੰਗ, ਉਹਦਾ ਰੀਜ਼ਨ ਇਹ ਆ ਕਿਉਂਕਿ ਆ ਰਿਪਰੈਜ਼ੈਂਟੇਸ਼ਨ ਜਿਹੜੀ ਹੈ f alpha ਦੇ ਵਿੱਚ ਯੂਨੀਕ ਹੁੰਦੀ ਹੈ, ਤਾਂ ਇਸ ਕਰਕੇ ਇਹ ਮੈਪ ਜਿਹੜਾ ਹੈ ਵੈਲ ਡਿਫਾਈਨਡ ਰਹੇਗਾ ਹੀ ਰਹੇਗਾ। ਐਂਡ ਈਟਾ ਇਜ਼ ਅ ਹੋਮੋਮੋਰਫਿਜ਼ਮ, ਇਹਦਾ ਰੀਜ਼ਨ ਆ ਸਾਰਾ ਇਸ ਬ੍ਰੈਕਟ ਦੇ ਵਿੱਚ ਆ ਰਿਹਾ ਹੈਗਾ, ਇਹ ਰੀਜ਼ਨ ਹੈ ਹੋਮੋਮੋਰਫਿਜ਼ਮ ਦਾ। ਪਹਿਲਾਂ ਅਸੀਂ ਐਡੀਸ਼ਨ ਦੇ ਵਿੱਚ ਹੋਮੋਮੋਰਫਿਜ਼ਮ ਪ੍ਰੂਫ ਕਰਨ ਲੱਗੇ ਹਾਂ, ਰਿੰਗ ਹੋਮੋਮੋਰਫਿਜ਼ਮ ਹੈ ਕਿਉਂਕਿ, ਤਾਂ ਅੰਡਰ ਐਡੀਸ਼ਨ ਤਾਂ ਦੋ ਅਸੀਂ ਐਲੀਮੈਂਟਸ ਲੈ ਲਿਆ f alpha ਦੇ ਆਰਬਿਟਰੀ, ਤਾਂ ਉਰੇ ਤੁਸੀਂ ਦੇਖ ਸਕਦੇ ਹੋ ਮੈਂ n-1 ਤੱਕ ਲੈ ਲਿਆ ਹੈਗਾ ਸੋਲੂਸ਼ਨ, ਠੀਕ ਹੈ, ਬਿਕੋਜ਼ ਮੈਕਸਿਮਮ ਆਪਣੇ ਕੋਲ ਜਿਹੜਾ k ਸੀਗਾ ਉਹ n-1 ਸੀ, ਤਾਂ ਕਰਕੇ ਮੈਂ ਸੋਲੂਸ਼ਨ n-1 ਮਤਲਬ ਆਹੀ ਕੰਬੀਨੇਸ਼ਨ ਹੈ, ਇਹਨੂੰ ਸੋਲੂਸ਼ਨ ਫਾਰਮ ਦੇ ਵਿੱਚ ਉਰੇ ਲਿਖ ਲਿਆ, ਤੇ ਇੱਕ ਸੈਕਿੰਡ ਟਰਮ ਵੀ ਲੈਣੀ ਸੀ ਤਾਂ ਇਸ ਕਰਕੇ ਇਹ ਵੀ ਲੈ ਲਈ ਹੈ। ਫਿਰ ਇਹ ਦੋਵੇਂ ਐਲੀਮੈਂਟਸ ਐਡ ਹੋ ਗਏ, ਸਿੰਪਲ ਕੈਲਕੂਲੇਸ਼ਨ ਹੈ ਯੂ ਕੈਨ ਸੀ। ਸੋ ਇਹ ਇਸੇ ਟਾਈਪ ਦਾ ਕੰਬੀਨੇਸ਼ਨ ਬਣ ਗਿਆ, ਇਹ ਵਾਲਾ ਜਿਹੜਾ ਬਣ ਗਿਆ ਬਸ ਕੋਐਫੀਸ਼ੀਐਂਟ ਹੈ bi plus ci। ਤਾਂ ਈਟਾ ਦੀ ਕੀ ਡੈਫੀਨੇਸ਼ਨ ਸੀਗੀ, ਸਾਰੇ ਕੋਐਫੀਸ਼ੀਐਂਟਸ ਦੇ ਉੱਪਰ ਸਿਗਮਾ ਲੱਗ ਜਾਣਾ, ਤਾਂ ਸਿਗਮਾ bi plus ci, ਔਰ ਅਲਫਾ ਸਾਡਾ ਕਿਸ ਦੇ ਵਿੱਚ ਚੇਂਜ ਕਰ ਦੇਣਾ ਬੀਟਾ 'ਚ, ਸੋ ਅਲਫਾ ਹੀ ਸੀਗਾ ਉਰੇ ਮੈਂ ਲਿਖਿਆ ਬੀਟਾ। ਤੇ ਸਿਗਮਾ ਕਿਉਂਕਿ ਹੋਮੋਮੋਰਫਿਜ਼ਮ ਹੈ ਇਸ ਲਈ ਸਿਗਮਾ ਤਾਂ ਅਸੀਂ ਅਲੱਗ ਕਰ ਹੀ ਸਕਦੇ ਹਾਂ ਦੋਵਾਂ ਨਾਲ, ਸਿਗਮਾ bi plus ਸਿਗਮਾ ci। ਸੋ ਯੂ ਕੈਨ ਸੇ ਦੈਟ ਈਟਾ ਵੀ ਸਾਡਾ ਬ੍ਰੇਕ ਹੋ ਗਿਆ, ਠੀਕ ਹੈ। ਤਾਂ ਇਹਨੂੰ ਰਿਵਰਸਲੀ ਲਿਖ ਲਓ,
ਤਾਂ ਇਹ ਰਿਵਰਸਲੀ ਐਵੇਂ ਲਿਖਿਆ ਜਾਊਗਾ ਈਟਾ ਆਫ bi alpha i and ਈਟਾ ਆਫ ci alpha i। ਐਂਡ ਸੇਮ ਥਿੰਗ ਯੂ ਵਿਲ ਡੂ ਫॉर ਮਲਟੀਪਲੀਕੇਸ਼ਨ ਆਲਸੋ, ਕਿਉਂਕਿ ਰਿੰਗ ਹੋਮੋਮੋਰਫਿਜ਼ਮ ਹੈ। ਇਹਨਾਂ ਦੋਵਾਂ ਦੀ ਹੁਣ ਮਲਟੀਪਲੀਕੇਸ਼ਨ ਲੈ ਲਈ ਅਸੀਂ। ਮਲਟੀਪਲੀਕੇਸ਼ਨ ਲਿੱਤੀ ਤਾਂ ਕੋਫੀਸ਼ੀਐਂਟਸ ਕਿਵੇਂ ਮਲਟੀਪਲਾਈ ਹੁੰਦੇ ਆ, ਯੂ ਆਲ ਨੋ that कि ਜਿਹੜਾ ਪਹਿਲਾਂ ਆਪਣੇ ਕੋਲ 0th ਕੋਫੀਸ਼ੀਐਂਟ ਆ ਉਹ ਕਿਵੇਂ ਬਣੇਗਾ, ਉਹ ਵਾਲੇ ਕੋਫੀਸ਼ੀਐਂਟਸ ਜਿਨ੍ਹਾਂ ਦੇ ਫਿਕਸਿਸ ਦਾ ਟੋਟਲ 0 ਹੈ। ਫਰਸਟ ਕੋਫੀਸ਼ੀਐਂਟ ਕਿਵੇਂ ਬਣੇਗਾ, ਅਲਫਾ ਦੀ ਪਾਵਰ 1 ਦਾ b1 c0 plus b0 c1। ਇਸੇ ਤਰ੍ਹਾਂ ਆਪਣੇ ਕੋਲ ਅਲਫਾ ਸਕੁਆਇਰ ਦਾ ਕੋਫੀਸ਼ੀਐਂਟ ਕਿਵੇਂ ਬਣੇਗਾ, b2 c0 b1 c1 plus b0 c2, ਇਸ ਤਰ੍ਹਾਂ ਬਣੇਗਾ। ਤਾਂ ਆਹੀ ਚੀਜ਼ ਉਰੇ ਲਿਖੀ ਹੈ i plus j equal to k and this is the kth ਕੋਫੀਸ਼ੀਐਂਟ। ਠੀਕ ਹੈ, i j ਜਿਹੜਾ ਹੈ ਉਹ kth ਕੋਫੀਸ਼ੀਐਂਟ ਹੈ ਤੇ ਈਟਾ ਆਫ ਦਿਸ ਵਨ i plus j ਹੋ ਗਿਆ ਪਾਵਰ ਚ, ਇਹਨਾਂ ਦੋਵਾਂ ਨੂੰ ਪਲੱਸ ਕਰ ਦੇਣਾ। ਤੇ ਫਿਰ ਈਟਾ ਜਦੋਂ ਅਪਲਾਈ ਹੋਇਆ, ਈਟਾ ਅਪਲਾਈ ਹੋਏਗਾ ਤਾਂ ਸਾਰੇ ਕੋਫੀਸ਼ੀਐਂਟਸ ਦੇ ਉੱਪਰ ਸਿਗਮਾ ਲੱਗ ਜਾਏਗਾ। ਠੀਕ ਹੈ, ਸਮੀਸ਼ਨ ਵੈਰੀਜ਼ ਓਵਰ k। ਤੇ ਉਰੇ ਵੀ ਇੱਕ ਉਰੇ ਸਮੀਸ਼ਨ ਆਣਾ ਸੀਗਾ, ਸੌਰੀ ਆਈ ਹੈਵ ਫॉरਗॉट ਹੇਅਰ, ਉਰੇ ਇੱਕ ਸਮੀਸ਼ਨ k ਦੇ ਉੱਪਰ ਵੀ ਤੁਸੀਂ ਅਪਲਾਈ ਕਰ ਲੈਣਾ ਦੇ। ਤਾਂ ਜਿਵੇਂ ਉਰੇ ਆ ਗਿਆ ਸਮੀਸ਼ਨ k ਸਮੀਸ਼ਨ i plus jk, ਔਰ ਈਟਾ ਜਿਹੜਾ ਹੈਗਾ ਉਹ ਸਿਗਮਾ ਬਣ ਗਿਆ ਕੋਫੀਸ਼ੀਐਂਟਸ ਲਈ, ਔਰ ਅਲਫਾ ਚੇਂਜ ਹੋ ਗਏ ਬੀਟਾਸ ਦੇ ਵਿੱਚ। ਤੇ ਸਿਗਮਾ ਜਿਹੜਾ ਹੈਗਾ bi cj beta i plus j, ਤੇ ਸਿਗਮਾ ਕਿਉਂਕਿ ਹੋਮੋਮੋਰਫਿਜ਼ਮ ਹੈ ਅੰਡਰ ਮਲਟੀਪਲੀਕੇਸ਼ਨ ਵੀ, ਤਾਂ ਸਿਗਮਾ bi ਸਿਗਮਾ cj ਔਰ ਇਸੇ ਤਰ੍ਹਾਂ ਬੀਟਾ i ਬੀਟਾ j। ਤੇ ਇਹਨੂੰ ਵਾਪਸ ਅਸੀਂ ਇਹੀ ਦੋ ਸਮੀਸ਼ਨਸ ਦੇ ਵਿੱਚ ਲਿਖ ਲਾਂਗੇ, ਜਿਵੇਂ ਪਹਿਲਾਂ ਪ੍ਰੋਡਕਟ ਲਿਖੀ ਹੋਈ ਸੀ, ਪ੍ਰੋਡਕਟ ਨੂੰ ਵਾਪਸ ਬ੍ਰੇਕ ਕਰ ਲਿਆ ਅਲੱਗ-ਅਲੱਗ ਦੇ ਵਿੱਚ, ਤਾਂ ਸਿਗਮਾ bi ਬੀਟਾ i ਸਿਗਮਾ cj ਬੀਟਾ। ਸੋ ਯੂ ਕੈਨ ਸੇ that ਈਟਾ ਦੇ ਵਿੱਚ ਇਹ ਬ੍ਰੇਕ ਹੋ ਗਿਆ ਅੰਡਰ ਮਲਟੀਪਲੀਕੇਸ਼ਨ ਆਲਸੋ। ਸੋ ਈਟਾ ਇਜ਼ ਅ ਹੋਮੋਮੋਰਫਿਜ਼ਮ। ਤੇ ਹੁਣ ਈਟਾ ਨੂੰ 1 1 ਪ੍ਰੂਫ ਕਰਨਾ ਹੈ, ਕਿਉਂਕਿ ਈਟਾ ਬਾਰੇ ਅਸੀਂ ਇਹ ਦੱਸਣਾ ਸੀਗਾ ਕਿ ਇਹ ਐਮਬੈਡਿੰਗ ਹੈ। ਤਾਂ 1 1 ਦੇ ਲਈ ਦੋ ਐਲੀਮੈਂਟਸ ਇਹਨਾਂ ਦੀ ਇਮੇजेस ਨੂੰ ਇਕੁਅਲ ਰੱਖ ਲਿਆ, ਈਟਾ ਆਫ ਫਰਸਟ ਐਲੀਮੈਂਟ ਇਜ਼ ਇਕੁਅਲ ਟੂ ਈਟਾ ਆਫ ਸੈਕੰਡ ਐਲੀਮੈਂਟ। ਅਕੋਰਡਿੰਗ ਟੂ ਦ ਡੈਫੀਨੇਸ਼ਨ its image will be sigma bi beta i, its image will be sigma ci beta i। ਔਰ ਕਿਉਂਕਿ ਸਿਗਮਾਸ ਜਿਹੜੇ ਹੈਗੇ ਆ ਉਹ 1 1 ਮੈਪ ਦੇ ਵਿੱਚ ਹੈ, ਐਂਡ ਇਫ ਯੂ ਇਕੁਏਟ ਦ ਕੋਫੀਸ਼ੀਐਂਟਸ ਆਫ ਬੀਟਾ i's you will get sigma bi equal to sigma ci, ਔਰ ਸਿਗਮਾ 1 1 ਮੈਪ ਹੈ, ਸਿਗਮਾ ਤਾਂ ਐਮਬੈਡਿੰਗ ਹੈਗਾ ਨਾ, ਸੋ bi is equal to ਕੀ ਹੋ ਗਿਆ ci। ਔਰ ਅਗਰ bi equal to ci ਹੋ ਗਿਆ ਤਾਂ ਇਹਦਾ ਮਤਲਬ ਆ ਜਿਹੜੇ ਦੋ ਅਸੀਂ ਇਨਪੁਟ ਕੀਤੇ ਸੀ ਇਹ ਵੀ ਦੋਵੇਂ ਇਕੁਅਲ ਹੋ ਗਏ, ਤਾਂ ਈਟਾ ਇਜ਼ ਅ 1 1 ਮੈਪ। ਹੁਣ ਈਟਾ ਜਿਹੜੀ ਹੈ ਐਮਬੈਡਿੰਗ ਹੋਗੀ ਪ੍ਰੂਫ, ਤੇ ਈਟਾ ਸਿਗਮਾ ਨੂੰ ਐਕਸਟੈਂਡ ਕਰਦਾ, ਉਹਦਾ ਰੀਜ਼ਨ ਹੈਗਾ ਸਾਡੇ ਕੋਲ, ਕਿਉਂਕਿ ਈਟਾ a is equal to sigma a for every a belonging to f। ਜਿਵੇਂ ਅਸੀਂ ਈਟਾ ਨੂੰ ਇਸ ਐਲੀਮੈਂਟ ਉੱਪਰ ਡਿਫਾਈਨ ਕੀਤਾ ਸੀਗਾ ਪਿਛਲੀ ਸਲਾਈਡ ਦੇ ਵਿੱਚ, b0 ਤੋਂ ਲੈ ਕੇ bk alpha k, ਤੇ ਇਸ ਦੇ ਵਿੱਚ ਅਸੀਂ b0 bk ਸਾਰੇ f ਦੇ ਵਿੱਚੋਂ ਲਏ ਸੀ। ਜੇ ਮੈਂ b1 equal to 0 ਕਰਦਾ ਔਰ bk up to ਸਾਰੇ ਇਹ 0 ਕਰਦਾ, you will remain only with ਈਟਾ of b0। ਔਰ ਇਹਦੀ ਇਮੇਜ ਕੀ ਸੀਗੀ, ਜਸਟ ਆਪਾਂ ਨੇ ਕੋਫੀਸ਼ੀਐਂਟਸ ਦੇ ਉੱਪਰ ਸਿਗਮਾ ਲਗਾਇਆ ਹੋਇਆ ਸੀ, ਸਿਗਮਾ b0 ਐਂਡ ਸੋ ਔਨ, ਲਾਸਟ ਵਿੱਚ ਸੀਗਾ ਸਿਗਮਾ bk ਬੀਟਾ k। ਤਾਂ ਜੇਕਰ ਅਸੀਂ ਇਹ ਸਾਰੇ 0 ਕਰਤੇ ਤਾਂ ਆਬਵੀਅਸਲੀ ਇੱਧਰਲੀ ਸਾਈਡ ਵੀ ਸਾਡੇ ਕੋਲ ਕੀ ਰਹਿ ਗਿਆ β0। ਤਾਂ β0 ਕਿਹਦੇ ਉੱਪਰ ਵੇਰੀ ਕਰਦਾ, f ਦੇ ਉੱਪਰ। ਤਾਂ ਇਹਦਾ ਮਤਲਬ f ਦਾ ਕੋਈ ਵੀ ਐਲੀਮੈਂਟ ਪੁੱਟ ਕੀਤਾ, ਆਨਸਰ ਇਕੁਅਲ ਟੂ ਸਿਗਮਾ a ਹੀ ਆ ਰਿਹਾ ਆਪਣੇ ਕੋਲ। ਸੋ ਦੈਟਸ ਵਾਈ ਵੀ ਕੈਨ ਸੇ ਦੈਟ ਈਟਾ ਐਕਸਟੈਂਡਸ ਸਿਗਮਾ, ਕਿਉਂਕਿ f ਦੇ ਐਲੀਮੈਂਟਸ ਨੂੰ ਉਹ ਕੁਝ ਨਹੀਂ ਕਹਿ ਰਿਹਾ, ਈਟਾ ਸੇਮ ਐਜ਼ ਇਟ ਇਜ਼ ਉਹੀ ਪ੍ਰੋਵਾਈਡ ਕਰ ਰਿਹਾ ਜੋ ਸਿਗਮਾ ਪ੍ਰੋਵਾਈਡ ਕਰ ਰਿਹਾ ਸੀ। ਤੇ ਅਗਲੀ ਗੱਲ ਜਿਹੜੀ ਸੈਕੰਡ ਪੁਆਇੰਟ ਸੀਗਾ ਕੁਐਸਚਨ ਦਾ, ਕਿ ਐਸੀਆਂ ਐਕਸਟੈਂਸ਼ਨਸ ਕਿੰਨੀਆਂ ਬਣ ਸਕਦੀਆਂ ਜਿੰਨੇ px ਦੇ ਡਿਸਟਿੰਕਟ ਰੂਟਸ, ਮਿਨੀਮਲ ਪੋਲੀਨੋਮੀਅਲ ਦੇ ਡਿਸਟਿੰਕਟ ਰੂਟਸ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਹੁਣੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਅਲਫਾ ਲਿੱਤਾ ਸੀ px ਦਾ ਰੂਟ, ਬਟ ਜਦੋਂ ਈਟਾ ਅਸੀਂ ਡਿਫਾਈਨ ਕੀਤਾ ਤਾਂ ਅਲਫਾ ਨੂੰ ਅਸੀਂ ਕਿਹਦੇ ਵਿੱਚ ਚੇਂਜ ਕਰਤਾ, ਬੀਟਾ ਦੇ ਵਿੱਚ। ਤਾਂ ਇਹਦਾ ਮਤਲਬ ਅਸੀਂ ਜਦੋਂ ਉਰੇ ਅਲਫਾ ਲਵਾਂਗੇ, ਜਿੰਨੇ ਅਲਫਾ ਦੀਆਂ ਵੈਲਿਊਜ਼ ਉਰੇ ਅਸੀਂ ਚੇਂਜ ਕਰ ਸਕਦੇ ਹਾਂ। ਜੇ ਅਲਫਾ 1 ਲਵਾਂਗੇ, ਠੀਕ ਹੈ, ਉਹਦੇ ਕੋਰਸਪੋਂਡਿੰਗ ਅਸੀਂ ਬੀਟਾ 1 ਲੈ ਲਾਂਗੇ। ਜੇ ਅਲਫਾ 2 ਲਵਾਂਗੇ ਉਹਦੇ ਕੋਰਸਪੋਂਡਿੰਗ ਅਸੀਂ ਬੀਟਾ 2। ਇਹਦਾ ਮਤਲਬ ਜਿੰਨੇ px ਦੇ ਰੂਟਸ ਉਹਨੇ ਹੀ p ਸਿਗਮਾ x ਦੇ ਰੂਟਸ। ਠੀਕ ਹੈ, ਇਹ ਹੋਣਗੇ ਹੀ ਹੋਣਗੇ। ਜਾਂ ਇਹਦਾ ਰੀਜ਼ਨ ਤੁਸੀਂ ਇਹ ਵੀ ਦੇ ਸਕਦੇ ਹੋ, ਜੇ px ਦੀ ਅਸੀਂ ਰੂਟਸ ਦੇ ਵਿੱਚ ਇਹ ਡੈਫੀਨੇਸ਼ਨ ਬਣਾਈਏ x minus alpha 1 so on x minus alpha n, suppose this is the representation of px, ਤਾਂ p sigma x ਦੀ ਕੀ ਰਿਪਰੈਜ਼ੈਂਟੇਸ਼ਨ ਬਣੇਗੀ, the p sigma x will be x minus sigma alpha 1 so on x minus sigma alpha n, this will be the representation of p sigma x in terms of roots। ਤਾਂ obviously ਜੇ ਉਰੇ ਸਾਰੀਆਂ ਇਹ values distinct ਹੈ, ਜੇ alpha 1 not equal to alpha 2 ਹੈ ਤਾਂ obviously sigma alpha 1 not equal to sigma alpha 2 ਹੀ ਰਹੇਗਾ, ਕਿਉਂਕਿ ਫਿਰ ਨਹੀਂ sigma 1 1 ਨਹੀਂ ਰਹਿਣਾ ਮੈਪ। ਤਾਂ ਜਿੰਨੀਆਂ values ਉਰੇ distinct ਹੈ ਉਨੀਆਂ values ਉਰੇ distinct ਹੈ, ਯਾਨੀ ਜਿੰਨੇ distinct roots px ਦੇ ਉਨੇ ਹੀ distinct roots p sigma x ਦੇ। ਔਰ ਜਿਹੜਾ ਮੈਪ ਅਸੀਂ ਡਿਫਾਈਨ ਕੀਤਾ, ਠੀਕ ਹੈ, ਆ ਇਹਦਾ ਰੀਜ਼ਨ ਉਰੇ ਦਿੱਤਾ ਹੀ ਹੋਇਆ, ਦੇਖੋ ਜਿਹੜੀ ਚੀਜ਼ ਮੈਂ ਹੁਣੀ ਸਮਝਾਈ, x minus alpha ਇੱਕ ਰੂਟ ਦੀ ਗੱਲ ਕੀਤੀ, x minus sigma alpha, ਠੀਕ ਹੈ, ਤੇ sigma alpha ਅਸੀਂ ਬੀਟਾ ਨੂੰ ਕਹਿ ਰਹੇ ਹਾਂ, ਤਾਂ ਇਹਦਾ ਮਤਲਬ ਅਲਫਾ ਦੇ ਕੋਰਸਪੋਂਡਿੰਗ ਬੀਟਾ ਹੋ ਗਿਆ। ਜੇ ਅਸੀਂ ਸੈਕੰਡ ਰੂਟ ਲਵਾਂਗੇ ਇਹਦਾ ਕੋਈ alpha 2
ਤਾਂ ਉਹਦੇ ਕੋਰਸਪੋਂਡਿੰਗ ਬੀਟਾ 2 ਆ ਜਾਏਗਾ। ਤੇ ਅਗਲੀ ਗੱਲ ਜਿਹੜੀ ਹੈ, ਕਲੀਅਰਲੀ देयर इज a 1-1 correspondence between the set of distinct roots of p sigma x and the set of embeddings। ਹੁਣ ਇਹਦਾ ਮਤਲਬ ਕੀ ਹੈ, ਅਸੀਂ ਐਮਬੈਡਿੰਗ ਸਿਰਫ ਕਿਸ ਦੇ ਅਕੋਰਡਿੰਗ ਡਿਫਾਈਨ ਕੀਤੀ ਹੈ, ਬੀਟਾ ਦੇ ਅਕੋਰਡਿੰਗ। ਤੁਸੀਂ ਚੈੱਕ ਕਰ ਸਕਦੇ ਹੋ ਐਮਬੈਡਿੰਗ ਨੂੰ ਡਿਫਾਈਨ ਕਰਨ ਦੇ ਵਿੱਚ ਰੋਲ ਕਿਹਦਾ ਸੀਗਾ, ਸਾਰੇ ਦਾ ਸਾਰਾ। ਇਹ ਦੇਖੋ, ਕਿਉਂਕਿ ਇਹ ਐਲੀਮੈਂਟਸ ਨੂੰ ਤਾਂ ਅਸੀਂ ਕੁਝ ਕਹਿਣਾ ਹੀ ਨਹੀਂ ਸੀ, ਇਹ ਐਫ ਦੇ ਐਲੀਮੈਂਟ ਸੀ, ਇਹਨਾਂ ਉੱਤੇ ਸਿਗਮਾ ਹੀ ਰੱਖਣਾ ਸੀ। ਚੇਂਜ ਕੌਣ ਹੋਇਆ ਸੀ, ਸਿਰਫ ਅਲਫਾ ਚੇਂਜ ਹੋਇਆ ਸੀ ਬੀਟਾ ਦੇ ਵਿੱਚ। ਤਾਂ ਇਹ ਬੀਟਾ ਜਿੰਨੇ ਤਰੀਕੇ ਦਾ ਅਸੀਂ ਉਰੇ ਲਿਖ ਸਕਦੇ ਹਾਂ, ਉਨੇ ਤਰੀਕੇ ਦੇ ਈਟਾ ਸਾਡੇ ਕੋਲ ਬਣ ਸਕਦੇ ਹਨ। ਜਿੰਨੀਆਂ ਬੀਟਾ ਦੀਆਂ ਵੈਲਿਊਜ਼, ਉਨੇ ਤਰੀਕੇ ਦਾ ਈਟਾ ਬਣ ਸਕਦਾ ਹੈ। ਤਾਂ ਇਹ ਵਾਲਾ ਪੁਆਇੰਟ ਇਹੀ ਜਸਟੀਫਾਈ ਕਰ ਰਿਹਾ। ਦੇਖੋ, there is a 1-1 correspondence between the set of distinct roots of p sigma x and the set of embeddings eta। ਜਿੰਨੇ ਅਸੀਂ ਉਹ ਬੀਟਾ ਡਿਫਾਈਨ ਕਰ ਸਕਦੇ ਹਾਂ, ਬੀਟਾ ਕੀ ਸੀ, ਰੂਟਸ ਆਫ p sigma x, ਉਹਨੇ ਤਰੀਕੇ ਦਾ ਅਸੀਂ ਈਟਾ ਡਿਫਾਈਨ ਕਰ ਸਕਦੇ ਹਾਂ। ਔਰ ਬੀਟਾ ਕਿੰਨੇ ਡਿਫਾਈਨ ਹੋ ਸਕਦੇ ਆ, ਆਹ ਵਾਲੀ ਲਾਈਨ ਨੇ ਜਸਟੀਫਾਈ ਕਰਤਾ। there is 1-1 correspondence between the root of px and p sigma x। ਬੀਟਾ ਉਹਨੇ ਹੀ ਡਿਫਾਈਨ ਹੋ ਸਕਦੇ ਆ ਜਿੰਨੇ ਸਾਡੇ ਕੋਲ ਅਲਫਾ ਡਿਫਾਈਨ ਹੋ ਸਕਦੇ ਆ। ਤਾਂ ਇਹਦਾ ਮਤਲਬ p1-1 correspondence px ਤੇ p sigma x ਦੇ ਰੂਟਸ ਵਿੱਚ ਹੈ, ਤੇ p sigma x ਦੀ 1-1 correspondence ਰੂਟਸ ਇਹਦੀ ਕਿਹਦੇ ਨਾਲ ਹੈ, ਈਟਾ ਨਾਲ। ਇਹਦੀ 1-1 correspondence ਇਹਦੇ ਨਾਲ ਹੈ, ਇਹਦੀ 1-1 correspondence ਈਟਾ ਨਾਲ ਹੈ। ਰੂਟਸ ਦੀ ਗੱਲ ਹੋ ਰਹੀ ਹੈ, ਤਾਂ ਡਾਇਰੈਕਟਲੀ ਆਪਾਂ ਇਹਦੇ ਨਾਲ ਵੀ ਕਹਿ ਸਕਦੇ ਹਾਂ ਕਿ ਜਿੰਨੇ ਇਹਦੇ ਰੂਟਸ ਫਿਰ ਉਹਨੇ ਈਟਾ। ਤਾਂ ਹੀ ਕਰਕੇ ਲਿਖਿਆ ਐਂਡ ਨਾਲ ਯੂਰੇ ਬ੍ਰੈਕਟਸ ਹੈਂਸ ਬਿਟਵੀਨ ਦਾ ਸੈਟ ਆਫ ਡਿਸਟਿੰਕਟ ਰੂਟਸ ਆਫ px in its splitting field over x। splitting field ਦਾ concept ਬਸ ਇਹ ਹੁੰਦਾ ਹੈ, splitting field means that field which contain all the roots of the polynomial। ਤਾਂ ਉਹਦੇ distinct roots of px in its splitting field ਦਾ ਮਤਲਬ ਜਿੰਨੇ ਇਹਦੇ distinct roots ਹੋਣਗੇ, ਉਹਨਾਂ ਸਾਰਿਆਂ ਨਾਲ ਇਹਦੀ 1-1 correspondence ਰਹੂ। ਮਤਲਬ ਜਿੰਨੇ ਇਹਦੇ ਰੂਟਸ, ਉਹਨੇ ਅਸੀਂ ਈਟਾ ਡਿਫਾਈਨ ਕਰ ਸਕਦੇ।